ਉਹਨਾਂ ਦੇ ਪਿਆਰ ਵਿੱਚ ਆ ਕੇ ਪੂਰੇ ਟਿਕਾ ਇਕਾਗਰਤਾ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਜਦੋਂ ਉਹਨਾਂ ਨੇ ਮੋਦੀ ਖਾਨੇ ਦੀ ਨੌਕਰੀ ਛੱਡ ਦਿੱਤੀ ਤੇ ਮਾਤਾ ਸੁਲੱਖਣੀ ਜੀ ਨੂੰ ਵੀ ਮੂਲ ਚੰਦ ਜੀ ਤੇ ਚੰਦੋ ਰਾਣੀ ਜੀ ਗੁਰੂ ਸਾਹਿਬ ਦੇ ਸੱਸ ਤੇ ਸਹੁਰਾ ਸਾਹਿਬ ਜੀ ਆਪਣੇ ਪਿੰਡ ਲੈ ਗਏ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਫਕੀਰਾਂ ਵਾਲਾ ਬਾਣਾ ਪਾ ਲਿਆ ਤੇ ਇੱਕ ਖਾਲੀ ਜਗ੍ਹਾ ਉਜੜੀ ਜਗ੍ਹਾ ਜਿੱਥੇ ਆ ਜੰਗਲ ਦੇ ਵਿੱਚ ਉੱਥੇ ਬੈਠੇ ਰਹਿੰਦੇ ਮਹਾਰਾਜ। ਭਾਈ ਵੀਰ ਸਿੰਘ ਜੀ ਲਿਖਦੇ ਆ ਕਿ ਉਹਨਾਂ ਨੇ ਭੋਜਨ ਵੀ ਨਹੀਂ ਛਕਿਆ, ਕਈ ਦਿਨ ਪ੍ਰਸ਼ਾਦਾ ਨਹੀਂ ਛਕਿਆ। ਜਦੋਂ ਇਹ ਖਬਰ ਰਾਏ ਭੋਏ ਦੀ ਤਲਵੰਡੀ ਪਹੁੰਚੀ ਆ ਪਿਤਾ ਜੀ ਦੇ ਕੋਲ, ਕਲਿਆਣ ਚੰਦ ਜੀ ਕੋਲ, ਮਹਿਤਾ ਕਾਲੂ ਜੀ ਕੋਲ, ਉਹ ਕਹਿਣ ਲੱਗੇ ਕਿ ਭਾਈ ਮਰਦਾਨਾ ਜੀ ਨੂੰ ਬੁਲਾਇਆ, ਉਹਨਾਂ ਨੂੰ ਆਖਿਆ ਤੁਸੀਂ ਸੁਲਤਾਨਪੁਰ ਜਾਓ, ਗੁਰੂ ਨਾਨਕ ਸਾਹਿਬ ਜੀ ਕੋਲੋਂ ਪੁੱਛੋ ਇਹ ਕੀ ਹੈ ਸਭ, ਕਿਉਂ ਉਹਨਾਂ ਨੇ ਇਹ ਸਭ ਕੁਝ ਕੀਤਾ, ਉਹਨਾਂ ਦੀ ਖਬਰਸਾਰ ਲਿਆ ਕੇ ਮੈਨੂੰ ਇੱਥੇ ਦਿਓ। ਤਲਵੰਡੀ ਨਨਕਾਣਾ ਸਾਹਿਬ ਜੀ ਨੂੰ ਕਹਿੰਦੇ ਆ, ਉੱਥੇ ਮੈਨੂੰ ਖਬਰਸਾਰ ਲਿਆ ਕੇ ਦਿਓ ਨਾ। ਭਾਈ ਮਰਦਾਨਾ ਜੀ ਚਲੇ ਜਾਂਦੇ ਆ। ਜਦੋਂ ਉਹ ਜਾਂਦੇ ਆ ਨਾ ਉੱਥੇ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਦੇ ਘਰੇ ਗਏ। ਉਹਨਾਂ ਨੇ ਬੜੇ ਪਿਆਰ ਦੇ ਨਾਲ ਬਿਠਾਇਆ, ਪ੍ਰਸ਼ਾਦਾ ਛਕਾਇਆ ਸਭ ਤੋਂ ਪਹਿਲਾਂ ਤੇ ਹਾਲ ਚਾਲ ਪੁੱਛਿਆ ਆਪਣੇ ਪੇਕੇ ਪਰਿਵਾਰ ਦਾ। ਬੇਬੇ ਨਾਨਕੀ ਜੀ ਨੇ ਕਿ ਰਾਏ ਭੋਏ ਦੀ ਤਲਵੰਡੀ ਵਿੱਚ ਸਾਰੇ ਕਿਵੇਂ ਆ, ਮਾਤਾ ਜੀ ਪਿਤਾ ਜੀ ਸਾਰਿਆਂ ਦਾ ਕੀ ਹਾਲ ਆ, ਤੁਹਾਡੇ ਪਰਿਵਾਰ ਦਾ ਕੀ ਹਾਲ ਆ, ਤੁਹਾਡੀ ਪਤਨੀ, ਤੁਹਾਡੀ ਬੇਟੀ, ਤੁਹਾਡੇ ਪੁੱਤਰਾਂ ਦਾ ਕੀ ਹਾਲ ਆ। ਉਹ ਕਹਿੰਦੇ ਸਭ ਰਾਜੀ ਆ। ਜਦੋਂ ਇਹ ਗੱਲਾਂ ਹੋ ਹਟੀਆਂ ਉਸ ਵਕਤ ਭਾਈ ਮਰਦਾਨਾ ਜੀ ਪੁੱਛਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਕਿੱਥੇ ਰਹਿੰਦੇ ਆ ਹੁਣ, ਕੀ ਉਹ ਮੋਦੀ ਦੀ ਕਾਰ ਕਰਦੇ ਆ? ਮੈਂ ਉਹਨਾਂ ਦੀ ਖਬਰ ਲੈਣ ਲਈ ਆਇਆ ਤੇ ਤੁਹਾਡੇ ਪਿਤਾ ਜੀ ਨੇ ਭੇਜਿਆ ਵਾ। ਬੇਬੇ ਨਾਨਕੀ ਜੀ ਕਹਿੰਦੇ ਆ ਤੁਹਾਨੂੰ ਪਤਾ ਹੀ ਆ ਉਹਨਾਂ ਦਾ, ਹੁਣ ਉਹ ਮੋਦੀ ਖਾਨੇ ਨਹੀਂ ਜਾਂਦੇ, ਹੁਣ ਪਹਿਲਾਂ ਵਾਂਗ ਉਹਨਾਂ ਨੇ ਸਭ ਕੁਝ ਛੱਡ ਦਿੱਤਾ। ਉਹ ਪੁੱਛਦੇ ਨੇ ਕਿ ਕੀ ਕੋਈ ਘਾਟਾ ਪਿਆ ਹੈ ਜਾਂ ਨਵਾਬ ਨੇ ਪੈਸੇ ਨਹੀਂ ਦਿੱਤੇ? ਕਹਿੰਦੇ ਨਹੀਂ, ਐਸੀ ਕੋਈ ਗੱਲ ਨਹੀਂ, ਬਸ ਉਹ ਹੁਣ ਜੰਗਲ ਆ ਇੱਕ ਉੱਥੇ ਬੀਆਬਾਨ, ਸੁਲਤਾਨਪੁਰ ਤੋਂ ਬਾਹਰ ਸੀ ਇਹ ਜਗ੍ਹਾ ਬਣੀ ਹੋਈ, ਉੱਥੇ ਬੈਠੇ ਰਹਿੰਦੇ ਆ ਤੇ ਜੇ ਤੁਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹੋ ਉੱਥੇ ਚਲੇ ਜਾਓ, ਉੱਥੇ ਜਾ ਕੇ ਪੁੱਛੋ ਉਹਨਾਂ ਤੋਂ। ਨਾ ਤਾਂ ਉਹ ਪ੍ਰਸ਼ਾਦਾ ਛਕਦੇ ਆ, ਕਈ ਦਿਨ ਹੋ ਗਏ ਨੇ ਮੈਂ ਖਾਣਾ ਬਣਾਉਣੀ ਆ ਪਰ ਉਹ ਆਉਂਦੇ ਨਹੀਂ ਹੈਗੇ ਹੁਣ, ਤਾਂ ਤੁਸੀਂ ਪੁੱਛੋ ਜਾ ਕੇ ਵੀ ਉਹ ਇੱਦਾਂ ਕਿਉਂ ਕਰਦੇ ਆ। ਤਾਂ ਭਾਈ ਮਰਦਾਨਾ ਜੀ ਉੱਥੋਂ ਜਾਂਦੇ ਆ ਜਿੱਥੇ ਗੁਰੂ ਨਾਨਕ ਸਾਹਿਬ ਜੀ, ਉਹ ਬੀਆਬਾਨ ਜਗ੍ਹਾ ਜੰਗਲ ਆ, ਉੱਥੇ ਮਹਾਰਾਜ ਸਜੇ ਹੋਏ ਆ, ਉੱਥੇ ਜਾ ਕੇ ਸਹਿਜ ਨਾਲ ਬਹਿ ਜਾਂਦੇ। ਬਹੁਤ ਪਿਆਰੀ ਸਾਖੀ ਲਿਖੀ। ਤੇ ਜਾ ਕੇ ਪੁੱਛਿਆ, ਕਹਿਣ ਲੱਗੇ ਗੁਰੂ ਨਾਨਕ ਜੀ ਮੈਂ ਤਲਵੰਡੀ ਤੋਂ ਆਇਆ ਚੱਲ ਕੇ, ਰਾਏ ਭੋਏ ਦੀ ਤਲਵੰਡੀ, ਤੇ ਤੁਹਾਡੇ ਪਿਤਾ ਜੀ ਨੇ ਮੈਨੂੰ ਭੇਜਿਆ ਤੁਹਾਡੇ ਕੋਲੇ ਵੀ ਸੁਣਿਆ ਤੁਸੀਂ ਮੋਦੀ ਖਾਨੇ ਨਹੀਂ ਜਾਂਦੇ, ਸੁਣਿਆ ਮਾਤਾ ਸੁਲੱਖਣੀ ਜੀ ਚਲੇ ਗਏ ਆ ਆਪਣੇ ਪੇਕੇ, ਸ਼੍ਰੀ ਚੰਦ ਜੀ ਨੂੰ ਇੱਥੇ ਛੱਡ ਕੇ ਲਖਮੀ ਦਾਸ ਜੀ ਨੂੰ ਨਾਲ ਲੈ ਗਏ ਆਪਣੇ, ਤੇ ਤੁਹਾਨੂੰ ਕੁਝ ਕਿਹਾ ਕਿਸੇ ਨੇ, ਤੁਸੀਂ ਮੋਦੀ ਖਾਨੇ ਨਹੀਂ ਜਾ ਰਹੇ, ਭੋਜਨ ਨਹੀਂ ਖਾ ਰਹੇ? ਤਾਂ ਬਾਬੇ ਨਾਨਕ ਜੀ ਨੇ ਬਹੁਤ ਸੋਹਣੀ ਗੱਲ ਕਹੀ। ਕਹਿਣ ਲੱਗੇ ਭਾਈ ਮਰਦਾਨਾ ਜੀ ਆਓ ਇੱਥੇ ਮੇਰੇ ਕੋਲ ਪਹਿਲਾਂ ਸਜੋ, ਫਿਰ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਹਾਂ। ਕਹਿਣ ਲੱਗੇ ਤੁਸੀਂ ਦੱਸੋ ਹੁਣ ਕੀ ਕਰਦੇ ਹੋ? ਜਦੋਂ ਤੁਸੀਂ ਪਹਿਲੀ ਵਾਰ ਮੇਰੇ ਕੋਲ ਆਏ ਸੀ ਉਸ ਵਕਤ ਮੈਂ ਤੁਹਾਨੂੰ ਇਹ ਆਖਿਆ ਸੀ ਲੋਕਾਂ ਲਈ ਨਾ ਗਾਇਓ ਕਦੇ ਵੀ, ਜੇ ਗਾਉਣਾ ਤੇ ਮਾਲਕ ਦੇ ਪਿਆਰ ਵਿੱਚ ਆ ਕੇ ਗਾਇਓ। ਕੀ ਉਹ ਹੁਣ ਕਰਦੇ ਹੋ? ਇਹ ਪੁੱਛਿਆ। ਆਪਣੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਸਵਾਲ ਭਾਈ ਮਰਦਾਨਾ ਜੀ ਤੋਂ ਪੁੱਛਿਆ ਵੀ ਤੁਸੀਂ ਕੀ ਇੱਦਾਂ ਕਰਦੇ ਹੋ ਜੀ? ਉਹ ਕਹਿੰਦੇ ਬਿਲਕੁਲ, ਮੈਂ ਲੋਕਾਂ ਲਈ ਗਾਉਣਾ ਛੱਡਤਾ ਵਾ, ਹੁਣ ਮੈਂ ਗਾਉਂਦਾ ਨਹੀਂ।
ਜਜਮਾਨਾਂ ਦੇ ਘਰੇ ਜਾ ਕੇ ਪਹਿਲਾਂ ਗਾਉਂਦੇ ਸੀ, ਫਿਰ ਮੰਗਦੇ ਸੀ, ਮੰਗ ਤੇ ਬਣ ਕੇ ਗਾਉਂਦੇ ਗਾਉਂਦੇ। ਗਾਉਣਾ ਹੈ ਤੇ ਰੱਬ ਲਈ ਗਾਇਓ, ਇਵੇਂ ਦੀਨ ਦੁਨੀ ਵਿੱਚ ਤੁਹਾਡਾ ਭਲਾ ਹੋਵੇਗਾ। ਇਹ ਆਖਿਆ ਸੀ। ਇਵੇਂ ਕਰਦੇ ਹੋ? ਕਹਿੰਦੇ ਬਿਲਕੁਲ ਕਰਦਾ। ਪਰ ਉਹ ਕਹਿੰਦੇ ਇਸ ਵਕਤ ਮੈਂ ਤੁਹਾਡੇ ਪਿਤਾ ਜੀ ਦਾ ਭੇਜਿਆ ਆਇਆ ਹਾਂ, ਹੁਣ ਤੁਸੀਂ ਦੱਸੋ ਆਪਣਾ ਹਾਲ। ਕਿਉਂ ਨਹੀਂ ਤੁਸੀਂ ਮੋਦੀਖਾਨਾ ਚਲਾਉਂਦੇ? ਕਿਉਂ ਨਹੀਂ ਉੱਥੇ ਬਹਿੰਦੇ? ਕਿੰਨੀਆਂ ਰੌਣਕਾਂ ਲੱਗਦੀਆਂ ਸੀ, ਲੋਕ ਆਉਂਦੇ ਸੀ। ਹੁਣ ਸੁੰਨ ਸਰਾਂ ਤੁਹਾਡੇ ਬਿਨਾਂ ਉੱਥੇ ਮੋਦੀਖਾਨੇ ਵਿੱਚ। ਹੁਣ ਕੋਈ ਤੇਰਾ ਤੇਰਾ ਨਹੀਂ ਤੋਲਦਾ, ਹੁਣ ਕੋਈ ਮਿੱਠਾ ਨਹੀਂ ਬੋਲਦਾ, ਹੁਣ ਕੋਈ ਗਰੀਬਾਂ ਦੀ ਬਾਂਹ ਨਹੀਂ ਫੜਦਾ, ਹੁਣ ਕੋਈ ਉੱਦਾਂ ਨਹੀਂ ਤੱਕਦਾ ਜਿਵੇਂ ਤੁਸੀਂ ਤੱਕਦੇ ਸੀ। ਉਹ ਕਿਉਂ ਛੱਡਿਆ? ਕਹਿਣ ਲੱਗੇ ਮੈਨੂੰ ਦੱਸੋ, ਮੈਂ ਖਬਰ ਲੈਣੀ ਆ। ਤੁਹਾਡੇ ਪਿਤਾ ਜੀ ਫਿਕਰ ਕਰਦੇ ਆ, ਮਾਤਾ ਪਿਤਾ। ਕਹਿਣ ਲੱਗੇ ਭਾਈ ਮਰਦਾਨਾ ਜੀ ਨੂੰ ਕਿ ਤੁਸੀਂ ਵੀ ਅਜੇ ਮੋਹ ਦੀਆਂ ਤੰਦਾਂ 'ਚੋਂ ਬਾਹਰ ਨਹੀਂ ਨਾ ਆਏ, ਅਤੇ ਮੋਹ ਦੀ ਜਿਹੜੀ ਕੰਧ ਆ ਉਹਨੂੰ ਟੱਪ ਕੇ ਅੱਗੇ ਪਿਆਰ ਦਾ ਸਫ਼ਰ ਸ਼ੁਰੂ ਹੁੰਦਾ। ਬੜੀ ਡੂੰਘੀ ਗੱਲ ਆ ਇਹ। ਮੋਹ ਟੁੱਟੂਗਾ ਅਤੇ ਪਿਆਰ ਪੈਦਾ ਹੋਊਗਾ। ਹਜੇ ਅਸੀਂ ਮੋਹ 'ਚ ਆ। ਮੋਹ ਹੋਰ ਚੀਜ਼ ਆ, ਪਿਆਰ ਹੋਰ ਚੀਜ਼ ਆ, ਫਰਕ ਬਹੁਤ ਹੈ ਇਹਨਾਂ 'ਚ। ਕਹਿੰਦੇ ਹਜੇ ਵੀ ਮੋਹ ਦੀਆਂ ਗੱਲਾਂ ਹੀ ਕਰੀ ਜਾਂਦੇ ਹੋ ਵੀ। ਕਹਿੰਦੇ ਦੇਖੋ ਇਸ ਵਾਰ ਤੁਹਾਨੂੰ ਜਾਣ ਨਹੀਂ ਦੇਣਾ ਹੈ ਪਿੰਡ। ਪਹਿਲਾਂ ਤੁਸੀਂ ਆਏ, ਭਾਈ ਭਗੀਰਥ ਜੀ ਆਏ, ਮਨ ਸੁੱਖ ਜੀ ਆਏ, ਤੁਹਾਡੀ ਧੀ ਦਾ ਵਿਆਹ ਹੋਇਆ, ਸਭ ਕੁਝ ਹੋਇਆ, ਪਹਿਲਾਂ ਚਲੇ ਗਏ, ਹੁਣ ਸਭ ਕੁਝ ਹੋ ਗਿਆ, ਹੁਣ ਨਹੀਂ ਜਾਣ ਦੇਣਾ। ਜੇ ਜਾਣਾ ਤੇ ਜਾ ਸਕਦੇ ਹੋ, ਪਰ ਮੈਂ ਨਹੀਂ ਚਾਹੁੰਦਾ ਤੁਸੀਂ ਜਾਓ। ਉੱਥੇ ਗੁਰੂ ਨਾਨਕ ਜੀ ਨੇ ਉਹ ਜਿਹੜਾ ਜੰਗਲ ਸੀ, ਉੱਥੇ ਭਾਈ ਮਰਦਾਨਾ ਜੀ ਨੂੰ ਰੱਖਿਆ ਆਪਣੇ ਨਾਲ। ਕਹਿੰਦੇ ਆਪਾਂ ਹੁਣ ਉਹ ਸਫ਼ਰ 'ਤੇ ਜਾਣਾ ਜਿਹਦੀ ਪਹਿਲੀ ਵਾਰ ਮੈਂ ਗੱਲ ਕੀਤੀ ਸੀ ਤੁਹਾਡੇ ਨਾਲ। ਮਰਦਾਨਿਆਂ, ਜੇ ਗਾਉਣਾ ਰੱਬ ਲਈ ਗਾਈ, ਕਿਸੇ ਹੋਰ ਲਈ ਨਾ ਗਾਈ, ਲੋਕਾਂ ਲਈ ਨਾ ਗਾਈ। ਗਾਉਣਾ ਤਾਂ ਉਹਦੇ ਪਿਆਰ ਵਿੱਚ ਆ ਕੇ ਗਾਈ, ਉਹ ਤੇਰੀਆਂ ਝੋਲੀਆਂ ਖੁਦ ਭਰੇਗਾ। ਉਸ ਤੋਂ ਬਾਅਦ ਉਹ ਕਹਿੰਦੇ ਕੋਈ ਸਾਜ਼, ਉਸ ਵਕਤ ਕੋਈ ਸਾਜ਼ ਨਹੀਂ ਉਹਨਾਂ ਕੋਲ, ਕੋਈ ਵੀ ਸਾਜ਼ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸ਼ਹਿਰ 'ਚ ਜਾਓ ਸੁਲਤਾਨਪੁਰ ਅਤੇ ਪਤਾ ਕਰਕੇ ਆਓ ਰਬਾਬ ਕਿੱਥੋਂ ਮਿਲਦੀ ਆ। ਇਹ ਜਦੋਂ ਹੀ ਇਹ ਗੱਲਾਂ ਆਖੀਆਂ, ਉੱਥੋਂ ਉਦਾਸੀਆਂ ਦਾ ਸਫ਼ਰ ਜਿਹੜਾ ਹੈ ਸ਼ੁਰੂ ਹੁੰਦਾ ਗੁਰੂ ਨਾਨਕ ਜੀ ਦਾ। ਇਹਨਾਂ ਗੱਲਾਂ 'ਚੋਂ ਤਾਂ ਉਹ ਸ਼ਹਿਰ ਵਿੱਚ ਚਲੇ ਜਾਂਦੇ ਆ। ਜਦੋਂ ਸ਼ਹਿਰ 'ਚ ਜਾਂਦੇ ਆ, ਇੱਕ ਢਾਡੀ ਸੀ ਉੱਥੇ, ਕਿਤੇ ਕੋਈ ਪਰਿਵਾਰ ਸੀ ਜਿਹੜਾ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਅਤੇ ਉਹ ਗਾ ਰਿਹਾ ਸੀ, ਅਤੇ ਉਹਦੇ ਕੋਲ ਰਬਾਬ ਸੀ ਆਪਣੀ। ਉਹ ਢਾਡੀ ਕੋਲ ਰਬਾਬ ਸੀ, ਵਜਾ ਰਿਹਾ ਸੀ। ਭਾਈ ਮਰਦਾਨਾ ਜੀ ਨੇ ਦੇਖਿਆ ਵੀ ਇਹ ਰਬਾਬ ਵਜਾ ਰਿਹਾ, ਉਹਨੂੰ ਬੇਨਤੀ ਕੀਤੀ ਕਿ ਤੂੰ ਕਿਰਪਾ ਕਰਕੇ ਮੇਰੇ ਨਾਲ ਚੱਲ, ਜੰਗਲ ਦੇ ਵਿੱਚ ਮੇਰੇ ਮੁਰਸ਼ਿਦ ਬੈਠੇ ਆ, ਇਹ ਰਬਾਬ ਸਾਨੂੰ ਦੇ ਕੁਝ ਸਮੇਂ ਲਈ, ਉਹਨਾਂ ਨੂੰ ਦਿਖਾਉਣੀ ਚਾਹੁੰਦਾ ਹਾਂ। ਉਹ ਵੀ ਭਲਾ ਬੰਦਾ ਸੀ, ਚੰਗਾ ਬੰਦਾ ਸੀ ਉਹ ਢਾਡੀ, ਉਹ ਵੀ ਨਾਲ ਆ ਗਿਆ। ਭਾਈ ਮਰਦਾਨਾ ਜੀ ਦੇ ਨਾਲ ਆਇਆ ਜੰਗਲ ਵਿੱਚ। ਗੁਰੂ ਨਾਨਕ ਸਾਹਿਬ ਜੀ ਨੂੰ ਫਕੀਰ ਸਮਝ ਕੇ ਉਹਨੇ ਸਜਦਾ ਕੀਤਾ ਵਾ, ਅਤੇ ਉਹ ਕਹਿਣ ਲੱਗੇ ਕਿਰਪਾ ਕਰਕੇ ਕੁਝ ਸਮੇਂ ਲਈ ਆਪਣੀ ਰਬਾਬ ਦਿਓ ਜੀ, ਇਹ ਵਜਾਉਣਗੇ ਭਾਈ ਮਰਦਾਨਾ ਜੀ। ਇੱਥੋਂ ਸਫ਼ਰ ਸ਼ੁਰੂ ਹੁੰਦਾ। ਪਹਿਲਾ ਜਦੋਂ ਰਬਾਬ, ਉਹ ਢਾਡੀ ਦੀ ਰਬਾਬ ਸੀ, ਬਗਾਨੀ ਰਬਾਬ ਸੀ, ਫੜੀ ਅਤੇ ਜਦੋਂ ਵਜਾਈ, ਜੋ ਫਲ ਜੰਗਲ ਦੇ, ਫਲ ਜੰਗਲ ਦੇ ਉਹਨਾਂ 'ਚੋਂ ਰਸ ਚੋਵਿਆ। ਚਿੜੀਆਂ, ਹਿਰਨ, ਪੰਛੀ, ਤਿਤਲੀਆਂ ਆਦਿ ਜੋ ਵੀ ਆ, ਬਿਲਕੁਲ ਸ਼ਾਂਤੀ ਉੱਥੇ, ਸ਼ੂਨਿਆ ਜਿਹਨੂੰ ਕਹਿੰਦੇ ਆ, ਬਿਲਕੁਲ ਜਿੱਦਾਂ ਇੱਕ ਸਮਾਧੀ 'ਚ ਬੈਠਾ ਹੋਇਆ ਸਾਧੂ ਆ, ਇੰਨੀ ਸ਼ਾਂਤੀ ਉੱਥੇ ਬਸਰੀ। ਇੰਨੀ ਮਿੱਠੀ ਰਬਾਬ ਭਾਈ ਮਰਦਾਨਾ ਜੀ ਨੇ ਪਹਿਲੀ ਵਾਰ ਵਜਾਈ ਆ। ਉਹ ਰਬਾਬ ਆਪਣੀ ਨਹੀਂ, ਬੇਗਾਨੀ ਸੀ, ਪਹਿਲੀ ਵਾਰ ਜਿਹੜੀ ਵਜਾਈ। ਢਾਡੀ ਜਿਹੜਾ ਸੀ ਉਹ ਕਹਿਣ ਲੱਗਾ, ਉਹ ਜਿਹਦੀ ਰਬਾਬ ਆ, ਉਹ ਕਹਿੰਦਾ ਤੁਸੀਂ ਕਿੱਥੋਂ ਸਿੱਖਿਆ ਇਹ ਸੰਗੀਤ? ਤੁਸੀਂ ਇਹ ਕਿੱਥੋਂ ਸਿੱਖਿਆ ਸੰਗੀਤ? ਮੈਂ ਹੋਸ਼ ਗਵਾ ਬੈਠਾ ਵੀ ਮੈਂ ਸਿੱਖ ਕੇ ਵਜਾਉਣਾ, ਪਰ ਤੇਰਾ ਉਸਤਾਦ ਕੌਣ ਆ? ਉਹ ਕਹਿੰਦੇ ਆਹ ਵੇਖ ਜੋ ਸਾਹਮਣੇ ਬੈਠੇ ਆ ਨਾ, ਸੋਹਣਿਆਂ ਦੇ ਸੁਲਤਾਨ, ਇਹਨਾਂ ਤੋਂ ਸਿੱਖੀ ਆ, ਮੈਨੂੰ ਨਹੀਂ ਸੀ ਕੁਝ ਆਉਂਦਾ, ਇਹ ਰਬਾਬ ਮੈਨੂੰ ਇਹਨਾਂ ਹੀ ਸਿਖਾਈ ਆ। ਤਾਂ ਫਿਰ ਉਹ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ
कि ये जिहड़ी रबाब आ कि इन्हां दी आपां रख लईए। वो भी कह रहा ढाडी भी तुसीं रख लो ये रबाब, मैं होर ले आऊँगा। गुरु नानक साहब जी कहंदे नहीं, बस तू थोड़े समय लिए सानू रबाब दित्ती, इहदे विच ही तेरा भला हो गया, तेरा भला हो गया, इहदे विच ही भला तेरा। तू थोड़े समय लिए रबाब दित्ती, बस तेरा हुण दीन दुनी च भला। ਉਹਨੂੰ भी महाराज ने तारिया। वो समझ गया कि फकीर आ कोई, बचन इन्हां दे सच्चे हुंदे आ, इस तरह किरपा हुई। भाई मरदाना जी कहंदे फिर बाबा जी गुरु नानक जी सानू भी कोई रबाब लै दो, मैनू भी रबाब लै दो। फिर मोह भुलिया वा इत्थे मोह टुट के प्यार बनिया। कहण लगे कि मैनू भी रबाब लै दो, मैं कित्थे जावां, ਉਹਦੇ ਲਈ पैसे ਚਾਹੀਦੇ ਆ, पैसे कोई नहीं। ਕਹਿਣ ਲੱਗੇ ਫਿਰ ਤੂੰ ਬੇਬੇ ਨਾਨਕੀ ਕੋਲ ਜਾ। ਜੇ ਤੂੰ ਰਬਾਬ ਲੈਣੀ ਚਾਹੁੰਦਾ ਹੈ, ਉਸ ਰਬਾਬ ਨਾਲ ਰੱਬੀ ਗੀਤ ਗਾਉਣੇ ਚਾਹੁੰਦਾ ਹੈ, ਤੇ ਜਾ ਫਿਰ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਬੇਬੇ ਨਾਨਕੀ ਜੀ, ਉਹਨਾਂ ਕੋਲ ਜਾ। ਭਾਈ ਮਰਦਾਨਾ ਜੀ ਬਿਨਾਂ ਦੇਰੀ ਤੋਂ ਜਾਂਦੇ ਆ। ਜਾ ਕੇ ਕਹਿਣ ਲੱਗੇ, ਇਹ ਸ਼ਬਦ ਆਉਂਦੇ ਆ ਉੱਥੇ ਗ੍ਰੰਥ ਵਿੱਚ, ਤੁਹਾਡੇ ਵੀਰ ਨੇ ਪਹਿਲੀ ਵਾਰ ਸਵਾਲ ਪਾਇਆ ਵਾ, ਤੁਹਾਨੂੰ ਕੁਝ ਮੰਗਿਆ ਵਾ। ਉਹਨਾਂ ਅੱਗੋਂ ਜਵਾਬ ਦਿੱਤਾ, ਫਿਰ ਤਾਂ ਅੱਜ ਮੈਂ ਸਦਕੇ ਜਾਂਦੀ ਹਾਂ। ਕੀ ਮੰਗਿਆ ਉਹਨਾਂ ਨੇ? ਇਹੀ ਮੰਗਿਆ ਕਿ ਮੈਨੂੰ ਇੱਕ ਰਬਾਬ ਲੈ ਦਿਓ। ਅਸੀਂ ਰੱਬ ਦੇ ਗੀਤ ਨਾਨਕ ਭੌਜਲ ਪਾਰ ਪਰੈ, ਜੋ ਗਾਵੇ ਪ੍ਰਭ ਕੇ ਗੀਤ। ਪ੍ਰਭੂ ਦੇ ਗੀਤ ਗਾਉਣੇ ਚਾਹੁੰਦੇ ਹਾਂ ਰਬਾਬ ਨਾਲ। ਬਹੁਤ ਸੋਹਣੀ ਪੰਗਤੀ ਉੱਥੇ ਫਿਰ ਗ੍ਰੰਥ 'ਚ ਲਿਖੀ ਆ। ਤੇ ਬੇਬੇ ਨਾਨਕੀ ਜੀ ਨੇ ਆਖਿਆ, ਏਕ ਰਬਾਬ ਕੀ ਕਿਆ ਬਾਤ ਹੈ, ਸਾਤ ਰਬਾਬ ਲੈ ਦੇਹੋ। ਇੱਕ ਰਬਾਬ ਦੀ ਤੂੰ ਗੱਲ ਕਰਦਾ ਹੈ, ਤੁਸੀਂ ਇੱਕ ਰਬਾਬ ਦੀ ਗੱਲ ਕਰਦੇ ਹੋ, ਮੈਂ ਆਪਦੇ ਵੀਰ ਨੂੰ 7 ਰਬਾਬਾਂ ਲੈ ਕੇ ਦੇ ਸਕਦੀ ਹਾਂ, ਫਿਕਰ ਨਾ ਕਰੋ। ਇਹ ਵਾਕਿਆ, ਏਕ ਰਬਾਬ ਕੀ ਕਿਆ ਬਾਤ ਹੈ, ਸਾਤ ਰਬਾਬ ਲੈ ਦਿਓ। ਮੈਂ ਆਪਦੇ ਵੀਰ ਨੂੰ, ਜੇ ਉਹ ਗਾਉਣਾ ਚਾਹੁੰਦਾ ਹੈ ਇਸ ਦੁਆਰਾ, ਮੈਂ 7 ਲੈ ਦਾਂਗੀ। ਇੱਕ ਦੀ ਕੀ ਗੱਲ ਕਰਦੇ ਹੋ? ਜਿੱਥੋਂ ਇਹ ਆਖਿਆ, ਇਹ ਸ਼ਬਦ ਆਖਿਆ, ਇੱਕ ਰਬਾਬ ਦੀ ਕੀ ਗੱਲ ਆ, 7 ਰਬਾਬਾਂ ਲੈ ਦੂੰਗੀ। ਇੱਥੋਂ ਧਰਮ ਸ਼ੁਰੂ ਹੋਇਆ ਹੈ, ਉਹ ਯਾਤਰਾ। ਤੇ ਇਹ ਕਿਉਂ ਬੇਬੇ ਨਾਨਕੀ ਜੀ ਦੁਆਰਾ ਲਈ? ਜਿਸ ਧਰਮ ਦੀ ਅਸੀਂ ਸਥਾਪਨਾ ਕਰਨੀ ਆ, ਉਹ ਇੱਕ ਔਰਤ ਦੁਆਰਾ ਕੀਤੀ ਜਾਏਗੀ। ਬਾਕੀ ਸਾਰੇ ਧਰਮਾਂ ਵਿੱਚ ਇਸਤਰੀ ਨੂੰ ਪਹਿਲਾਂ ਬਾਬੇ ਨਾਨਕ ਜੀ ਦੇ ਪ੍ਰਕਾਸ਼ ਹੋਣ ਤੋਂ ਪਹਿਲਾਂ, ਅਵਤਾਰ ਹੋਣ ਤੋਂ ਪਹਿਲਾਂ ਚੰਗਾ ਨਹੀਂ ਸੀ ਮੰਨਿਆ ਜਾਂਦਾ, ਤੁਸੀਂ ਜਾਣਦੇ ਹੋ ਸਾਰੇ। ਪਰ ਗੁਰੂ ਨਾਨਕ ਸਾਹਿਬ ਜੀ ਜਿਹੜੇ ਨੇ, ਉਹਨਾਂ ਦੇ ਪ੍ਰਕਾਸ਼ ਹੋਣ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹਨਾਂ ਨੂੰ ਬਹੁਤ ਰੁਤਬਾ ਦਿੱਤਾ, ਇਸਤਰੀ ਨੂੰ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਧਰਮ ਦੀ ਯਾਤਰਾ ਕਰਨੀ ਆ, ਉਦਾਸੀਆਂ ਕਰਨੀਆਂ, ਉਹ ਰਬਾਬ ਇੱਕ ਇਸਤਰੀ ਜਿਹੜੀ ਕਿ ਉਹਨਾਂ ਦੇ ਭੈਣ ਜੀ ਆ, ਬੇਬੇ ਨਾਨਕੀ ਜੀ, ਅਤੀ ਸਤਿਕਾਰਯੋਗ ਹਸਤੀ, ਉਹਨਾਂ ਦੁਆਰਾ ਲੈਣਾ ਚਾਹੁੰਦੇ ਆ। ਹੈਗੇ ਹੋਰ ਵੀ ਬਹੁਤ ਜਾਣੇ ਆ ਜਿਹੜੇ ਉਹਨਾਂ ਨੂੰ ਪੈਸੇ ਦੇ ਦੇਣਗੇ, ਪਰ ਉਹਨਾਂ ਦੁਆਰਾ ਨਹੀਂ। ਤਾਂ ਏਕ ਰਬਾਬ ਕੀ ਕਿਆ ਬਾਤ ਹੈ, ਸਾਤ ਰਬਾਬ ਲੈ ਦੇਹੋ। ਮੇਰੇ ਵੀਰੇ ਨੇ ਅੱਜ ਕੁਝ ਮੈਥੋਂ ਮੰਗਿਆ, ਇੱਕ ਰਬਾਬ ਮੰਗੀ ਆ, ਮੈਂ 7 ਲੈ ਦਾਂਗੀ। ਅੱਜ ਦੇ ਦੀਵਾਨ 'ਚ ਇਤਨਾ ਹੀ। ਸੋ ਅੱਗੇ ਆਪ ਜੀ ਸਰਵਣ ਕਰੋਗੇ ਕਿਵੇਂ, ਕਿਸ ਤਰ੍ਹਾਂ ਬੇਬੇ ਨਾਨਕੀ ਜੀ ਨੇ ਭਾਈ ਮਰਦਾਨਾ ਜੀ ਨੂੰ ਪੈਸੇ ਦਿੱਤੇ, ਤੇ ਉਹ ਇੱਕ ਉੱਥੇ ਕਾਰੀਗਰ ਸੀ, ਫਰਿੰਦਾ ਸੀ ਉਹਦਾ ਨਾਮ, ਉਹ ਤੋਂ ਰਬਾਬ ਕਿਵੇਂ ਖਰੀਦੀ ਸੀ, ਜਿਹਦੇ ਨਾਲ ਉਹਨਾਂ ਨੇ ਜਗਤ ਦੀ ਫੇਰੀ ਕੀਤੀ ਆ। ਗੁਰੂ ਸਾਹਿਬ ਕਿਰਪਾ ਕਰਨ, ਕੀਤੀ ਹੋਈ ਵਿਚਾਰ ਹਿਰਦਿਆਂ 'ਚ ਵਸ ਜਾਵੇ, ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਬਣ ਜਾਈਏ। ਉਹ ਬੰਦਾ ਬਸ ਸਮਝ ਲਓ ਜਿਹੜਾ ਉੱਚੇ ਅਹੁਦੇ 'ਤੇ ਬੈਠਾ ਵਾ, ਪਰ ਜੇ ਉਹਦੇ ਵਿੱਚ ਨਿਮਰਤਾ ਵਾ, ਜੇ ਉਹਨੂੰ ਮੌਤ ਯਾਦ ਰਹਿੰਦੀ ਆ, ਤਾਂ ਇਹ ਗੱਲ ਪੱਕੀ ਆ ਕਿ ਉਹਦੇ 'ਤੇ ਗੁਰੂ ਨਾਨਕ ਦੇ ਸ਼ਬਦ ਦੀ ਕਿਰਪਾ ਹੈ। ਅਤੇ ਭਾਈ ਮਰਦਾਨਾ ਜੀ ਦੀ ਜਿਹੜੀ ਰਬਾਬ ਆ, ਉਹਦੀ ਧੁਨੀ ਉਹਦੇ ਕੰਨਾਂ 'ਚ ਗੂੰਜਦੀ ਰਹਿੰਦੀ ਹੈ, ਅਤੇ ਉਹਨੂੰ ਹੰਕਾਰ ਨਹੀਂ ਹੁੰਦਾ, ਉਹਨੂੰ ਮੌਤ ਯਾਦ ਰਹਿੰਦੀ ਆ ਸਦਾ। ਉਹ 'ਤੇ ਗੁਰੂ ਦੀ ਕਿਰਪਾ, ਗੁਰੂ ਸਾਹਿਬ ਕਿਰਪਾ ਕਰਨ।
ਬਾਬੇ ਨਾਨਕ ਦੀ ਸ਼ਾਨ ਬੜੀ ਉੱਚੀ ਹੈ ਜੀ। ਬੋਲਦਿਆਂ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਕੀ ਸੰਗਤ ਸਤਿਗੁਰੂ ਜੀ ਬਖਸ਼ਿੰਦ ਪਿਤਾ ਨੇ ਬਖਸ਼ ਲੈਣ। ਆਓ ਪਿਆਰ ਦੇ ਨਾਲ ਸੋਹਣਿਆਂ ਦੇ ਸੁਲਤਾਨ ਦੀ ਯਾਦ ਵਿੱਚ ਵਾਹਿਗੁਰੂ ਸਿਮਰਨ ਕਹਿ ਲਈਏ ਜੀ। ਵਾਹਿਗੁਰੂ